ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਬੇਸਿਕ ਇਨਕਮ ਤੇ ਵੋਟਰ ਪੈਨਸ਼ਨ ਬਾਰੇ ਦੱਸਣ ਜਾ ਰਿਹਾ। ਮੇਰੇ ਕਈ ਵੀਰ ਭਰਾਵਾਂ ਦਾ ਕਮੈਂਟ ਆਇਆ ਕਿ ਇਹ ਮਿਲੂਗੀ ਕਿੱਥੋਂ, ਵੋਟਰ ਪੈਨਸ਼ਨ ਤੇ ਦੀ ਬੇਸਿਕ ਇਨਕਮ ਕਿੱਥੋਂ ਮਿਲੂਗੀ। ਤੇ ਮੈਂ ਬੁਲਾਉਣਾ ਆਪਣੇ ਪ੍ਰਧਾਨ ਨਵਤੇਜ ਸਿੰਘ ਜੀ ਨੂੰ। ਆਇਓ ਸਰ। ਸਤਿ ਸ਼੍ਰੀ ਅਕਾਲ ਪੌਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅੱਜ ਮੇਰੇ ਨਾਲ ਕੁਝ ਯੂਥ ਦੇ ਮੇਰੇ ਦੋਸਤ ਇਕੱਠੇ ਹੋਏ ਆ। ਇਹਨਾਂ ਨੇ ਸਾਨੂੰ ਬੁਲਾਇਆ ਸੀ ਵੀ ਇਹ ਜਿਹੜੇ ਪੈਸੇ ਆਪਾਂ ਡਿਮਾਂਡ ਕਰ ਰਹੇ ਆ ਇਹ ਕਿੱਥੋਂ ਆਉਣਗੇ, ਵੀ ਕਿੱਥੋਂ ਸਰਕਾਰ ਇੰਨਾ ਪੈਸਾ ਦੇਊਗੀ। ਤੁਹਾਨੂੰ ਪਤਾ ਜੀ ਵੀ ਅੱਜ ਤੋਂ ਪਹਿਲਾਂ ਜਿਹੜੇ ਫੈਕਟਰੀਆਂ 'ਚ ਕੋਈ ਕਲਰਕ ਹੁੰਦਾ ਸੀ, ਕੋਈ ਜਿੰਨੇ ਵੀ ਮੁਲਾਜ਼ਮ ਹੁੰਦੇ ਸੀ, ਕੋਈ ਪੈਸੇ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ ਸੀ, ਉਹ ਹੱਥ ਨਾਲ ਰੱਖਿਆ ਜਾਂਦਾ ਸੀ। ਹੱਥ ਨਾਲ ਹਿਸਾਬ ਹੁੰਦਾ ਸੀਗਾ ਵੀ ਕਿੰਨੇ ਪੈਸੇ ਆਏ ਕਿੰਨੇ ਗਏ। ਇਹ ਸਾਰਾ ਕੰਮ ਕੰਪਿਊਟਰ ਕਰਨ ਲੱਗ ਗਏ ਜੀ। ਜਾਣੀ ਕਿ ਜਿਹੜੇ ਪੜ੍ਹੇ ਲਿਖੇ ਮੇਰੇ ਨੌਜਵਾਨ ਦੋਸਤ ਸੀਗੇ ਉਹਨਾਂ ਦਾ ਕੰਮ ਕੰਪਿਊਟਰ ਨੇ ਸੰਭਾਲ ਲਿਆ ਤੇ ਉਹ ਜਿਹੜੇ ਪੜ੍ਹੇ ਲਿਖੇ ਵੀਰ ਸੀ ਉਹ ਬੇਰੁਜ਼ਗਾਰ ਹੋ ਗਏ। ਇਸੇ ਤਰ੍ਹਾਂ ਹੀ ਜਿਹੜੇ ਮੇਰੇ ਭਰਾ ਕੋਈ ਆਪਣੇ ਹੈਗੇ ਨੇ ਮਜ਼ਦੂਰ, ਉਹਨਾਂ ਦਾ ਕੰਮ ਜੀਸੀਬੀ ਨੇ ਸੰਭਾਲ ਲਿਆ। ਅੱਜ 100 ਬੰਦਾ 100 ਮਜ਼ਦੂਰ ਇੱਕ ਦਿਨ 'ਚ ਜਿੰਨਾ ਕੰਮ ਕਰਦਾ ਉਹਨਾਂ ਕੰਮ ਜੀਸੀਬੀ ਮਸ਼ੀਨ ਇੱਕ ਦਿਨ 'ਚ ਕਰ ਦਿੰਦੀ ਆ। ਤੇ ਉਹ 100 ਬੰਦਾ ਬੇਰੁਜ਼ਗਾਰ ਹੋ ਗਿਆ ਜੀ। ਤੇ ਇਸ ਜੀਸੀਬੀ ਮਸ਼ੀਨ ਤੇ ਕੁਝ ਟੈਕਸ ਲੱਗਦੇ ਆ, ਕੋਈ ਰੋਡ ਟੈਕਸ ਜਾਂ ਹੋਰ ਉਹਦੀ ਕਿਸੇ ਤਰ੍ਹਾਂ ਦੇ ਵੀ ਅਲੱਗ-ਅਲੱਗ ਟੈਕਸ ਹੁੰਦੇ ਆ। ਤੇ ਉਹ ਟੈਕਸ ਦਾ ਜਿਹੜਾ ਫਾਇਦਾ ਹੁੰਦਾ ਉਹ ਕਿਹਨੂੰ ਹੁੰਦਾ ਵਾ? ਸਰਕਾਰ ਨੂੰ। ਉਹ ਫਾਇਦਾ ਕਿਹਨੂੰ ਹੁੰਦਾ ਜੀ? ਸਰਕਾਰ ਨੂੰ। ਤੇ ਬੇਰੁਜ਼ਗਾਰ ਕੌਣ ਹੋਇਆ? ਮਜ਼ਦੂਰ। ਕੀ ਉਹ ਮਸ਼ੀਨਾਂ ਦੀ ਕਮਾਈ ਦਾ ਕੁਝ ਸ਼ੇਅਰ ਉਸ ਬੇਰੁਜ਼ਗਾਰ ਨੂੰ ਦੇਣਾ ਬਣਦਾ ਨਹੀਂ ਜੀ? ਬਿਲਕੁਲ ਬਣਦਾ ਨਾ ਜੀ। ਹਰ ਇੱਕ ਵੋਟਰ ਅਸੀਂ ਡਿਮਾਂਡ ਕਰਦੇ ਆ ਸਰਕਾਰ ਤੋਂ ਵੀ ਹਰੇਕ ਵੋਟਰ ਨੂੰ ਪਰ ਮੰਥ 5000 ਰੁਪਏ ਮਹੀਨਾ ਬੇਸਿਕ ਇਨਕਮ, ਜਿਹੜੇ ਕਿ ਬਾਕੀ ਦੇਸ਼ ਦੇ ਰਹੇ ਆ ਆਲਰੇਡੀ, ਉਹੀ ਅਸੀਂ ਡਿਮਾਂਡ ਕਰਦੇ ਆ ਵੀ ਸਾਨੂੰ ਸਾਡੇ ਦੇਸ਼ 'ਚ ਵੀ ਲਾਗੂ ਹੋਣੀ ਚਾਹੀਦੀ ਆ। ਠੀਕ ਹੈ ਜੀ। ਤੇ ਇਹ ਸਾਡੀ ਮੰਗ ਹੈਗੀ ਆ। ਕੁਝ ਯੂਥ ਮੇਰੇ ਨਾਲ ਜੁੜਿਆ ਹੋਇਆ ਵਾ, ਇਹ ਵੀ ਹਾਮੀ ਭਰਦੇ ਨੇ ਵੀ ਵੋਟਰ ਪੈਨਸ਼ਨ ਹੋਣੀ ਚਾਹੀਦੀ ਆ। ਅਸੀਂ ਇੱਕ ਮੁਹਿੰਮ ਚਲਾ ਰਹੇ ਆ ਕੁਝ ਦੇਰ ਬਾਅਦ ਕੁਝ ਯੂਥ ਨੂੰ ਨਾਲ ਲੈ ਕੇ, ਵੀ ਅਸੀਂ ਹਰੇਕ ਪੰਚ ਸਰਪੰਚ ਐਮਐਲਏ ਐਮਪੀ ਕੌਂਸਲਰ ਕੋਲ ਜਾਵਾਂਗੇ, ਉਹਨਾਂ ਤੋਂ ਪੁੱਛਾਂਗੇ ਵੀ ਹਾਂ ਵੀ ਵੋਟਰ ਪੈਨਸ਼ਨ ਹੋਣੀ ਚਾਹੀਦੀ ਆ। ਤੇ ਉਹਨਾਂ ਦੇ ਮਾਧਿਅਮ ਦੇ ਨਾਲ ਅਸੀਂ ਇਹ ਗੱਲ ਸੰਸਦ 'ਚ ਪਹੁੰਚਾਵਾਂਗੇ ਵੀ ਜੇ ਵੋਟਰ ਪੈਨਸ਼ਨ ਹੋਣੀ ਚਾਹੀਦੀ ਹੈ ਤਾਂ ਸਾਡੀ ਗੱਲ ਭਾਈ ਅੱਗੇ ਜਾ ਕੇ ਕਰੋ। ਮੰਨ ਲਓ ਅਸੀਂ ਕਿਸੇ ਨੂੰ ਐਮਪੀ ਬਣਾ ਦਿੰਦੇ ਆ ਤਾਂ ਸਾਡੀ ਪਹਿਲੀ ਸ਼ਰਤ ਹੋਊਗੀ ਵੀ ਉਹ ਗਾਹਾਂ ਜਾ ਕੇ ਐਮਪੀ ਬਣ ਕੇ ਆਪਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਦੇ ਨਾਲ ਸਾਡੀ ਸਮੱਸਿਆ ਦਾ ਵੀ ਹੱਲ ਕਰੂਗਾ ਉਹ ਵਿਅਕਤੀ ਜਿਹੜਾ ਵੀ ਮੌਕੇ ਤੇ ਐਮਪੀ ਬਣੂਗਾ। ਤੇ ਉੱਦਾਂ ਹੀ ਇਸ ਤਰੀਕੇ ਨਾਲ ਜਿਵੇਂ ਕਿ ਹੁਣ ਮਸ਼ੀਨਾਂ ਤੇ ਕੰਪਿਊਟਰ ਨੇ ਆਉਣ ਵਾਲੇ 400 ਸਾਲ ਦਾ ਕੰਮ ਆਲਰੇਡੀ ਕਰਤਾ। ਮਸ਼ੀਨਾਂ ਆਉਣ ਵਾਲੇ 400 ਸਾਲ ਜਿਹੜਾ ਕੰਮ ਮਜ਼ਦੂਰਾਂ ਨੇ 400 ਸਾਲ ਦੇ ਵਿੱਚ ਕਰਨਾ ਸੀ, ਉਹ ਮਸ਼ੀਨਾਂ 100 ਸਾਲ ਦੇ ਵਿੱਚ ਕਰਕੇ ਵਿਹਲੀਆਂ ਹੋ ਚੁੱਕੀਆਂ ਨੇ। ਤੇ 300 ਸਾਲ ਲਈ ਆਪਣੇ ਮਜ਼ਦੂਰ ਬੇਰੁਜ਼ਗਾਰ ਹੋ ਗਏ। ਤੇ ਇਹ 300 ਸਾਲ ਇਹਨਾਂ ਨੇ ਰੋਟੀ ਕਿੱਥੋਂ ਖਾਣੀ ਹੈ ਜੀ? ਜੇ ਅਸੀਂ ਕਹਿੰਦੇ ਆ ਵੀ ਇਸ ਮਸ਼ੀਨ ਤੇ ਜੇ ਕੋਈ ਤੁਸੀਂ ਟੈਕਸ ਲਾਇਆ ਵਾ, ਇਸ ਮਸ਼ੀਨ ਕਰਕੇ ਸਾਡੇ ਭਰਾ ਬੇਰੁਜ਼ਗਾਰ ਹੋਏ ਨੇ, ਜੇ ਤੁਸੀਂ ਕੋਈ ਟੈਕਸ ਲਾਇਆ ਇਸ ਮਸ਼ੀਨ ਕਰਕੇ ਤੇ ਇਸ ਮਸ਼ੀਨ ਦਾ ਕੋਈ ਸਾਨੂੰ ਫਾਇਦਾ ਦਿਓ। ਹੁਣ ਕਈ ਤਰ੍ਹਾਂ ਦੇ ਪੁਆਇੰਟ ਹੈਗੇ ਆ, ਬਹੁਤ ਜਗ੍ਹਾ ਤੋਂ ਬਿਨਾਂ ਕੰਮ ਕੀਤੇ ਇਨਕਮ ਹੋ ਰਹੀ ਆ। ਹੁਣ ਸਾਨੂੰ ਲੋਕ ਪੁੱਛਦੇ ਵੀ ਇਹ ਵਿਹਲਿਆਂ ਨੂੰ ਅਸੀਂ ਕਿਉਂ ਪੈਸੇ ਦਈਏ ਜੀ? ਫਿਰ ਤਾਂ ਲੋਕ ਕੰਮ ਕਰਨਾ ਬੰਦ ਕਰ ਦੇਣਗੇ ਜੇ 5-5000 ਰੁਪਇਆ ਆਉਣ ਲੱਗ ਗਿਆ। ਕਿਉਂਕਿ ਕਈ ਲੋਕਾਂ ਦੇ ਮੇਰੇ ਵੀਰ ਪੁੱਛਦੇ ਆ ਵੀ ਸਾਡੇ ਤਾਂ 5 ਵੋਟਾਂ ਨੇ ਜੀ, ਸਾਨੂੰ 25000 ਆਊਗਾ। ਉਹ ਤਾਂ ਇੱਕ ਬੰਦੇ ਨੂੰ ਇੱਕ ਵੋਟ ਪਾਉਣ ਦਾ ਜਿਹੜਾ ਅਧਿਕਾਰ ਆ ਉਹ ਮਿਲ ਗਿਆ ਨਾ ਜੀ। ਤੇ ਬਾਕੀ ਵੀ ਵਾਕਈ ਇੰਨੇ ਪੈਸੇ ਆਉਣਗੇ ਕਾਹਤੇ ਆਉਣਗੇ? ਵੀ ਲੋਕ ਕਹਿੰਦੇ ਵੀ ਇਹ ਤਾਂ ਵਿਹਲੇ ਹੋ ਜਾਣਗੇ, ਕੰਮ ਨਹੀਂ ਕਰਨਗੇ। ਜਿੰਨੇ ਵੀ ਮੇਰੇ ਵੱਡੇ ਅਮੀਰ ਦੋਸਤ ਹੈਗੇ ਨੇ, ਜਿਵੇਂ ਕਿ ਬਿਲ ਕਲਿੰਟਨ ਹੋ ਗਏ ਜੀ, ਰਤਨ ਟਾਟਾ ਜੀ ਹੋ ਗਏ, ਜਾਂ ਹੋਰ ਤਕੜੇ ਅਮੀਰ ਲੋਕ ਨੇ, ਇਹ ਕਿੰਨੇ ਅਮੀਰ ਨੇ ਕਿ ਇਹ ਕੰਮ ਕਰਨ ਜਾਂਦੇ ਨਹੀਂ? ਇਹਨਾਂ ਕੋਲ ਤਾਂ ਇੰਨਾ ਪੈਸਾ ਵਾ। ਇਹ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਆਪਣਾ ਆਫਿਸ ਸੰਭਾਲਦੇ, ਆਪਣੇ ਬਿਜ਼ਨਸ ਦੇਖਦੇ ਆ। ਤੇ ਜੇ ਗਰੀਬ ਨੂੰ ਤੁਸੀਂ 5000 ਦੇ ਦੋਗੇ ਤੇ ਵਿਹਲੇ ਹੋ ਕੇ ਬੈਠ ਜਾਣਗੇ, ਇਹ ਕੰਮ ਨਹੀਂ ਕਰਨਗੇ। ਇਹ ਸਗੋਂ ਕੰਮ ਕਰਨਗੇ, ਇਹਨਾਂ ਦੇ ਦਿਮਾਗ ਤੋਂ ਬੋਝ ਲੈ ਜਾਊਗਾ ਰੋਜੀ ਰੋਟੀ ਦਾ।
ਰੋਜੀ ਰੋਟੀ ਦਾ ਬੋਝ ਉਤਰੂਗਾ ਤੇ ਇਹ ਗਾਂ ਕੁਝ ਸੋਚ ਪਾਣਗੇ। ਗਾਂ ਇਦਾਂ ਹੀ ਲੋਅਰ ਵਰਗ ਨੂੰ ਚੱਕਣਾ ਜ਼ਰੂਰੀ ਆ। ਤੇ ਇਹ ਸਾਡੀ ਇੱਕ ਮੰਗ ਹੈਗੀ ਆ ਵੀ ਟੈਕਸ ਇੱਕ ਕਰਕੇ ਬਾਕੀ ਸਾਰੇ ਟੈਕਸ ਹਟਾ ਕੇ ਤੇ ਅਮੀਰ ਬੰਦੇ ਤੇ ਹੋਣਾ ਚਾਹੀਦਾ ਟੈਕਸ, ਤੇ ਉਸ ਟੈਕਸ ਦਾ ਪੈਸਾ ਜਿਹੜਾ ਰੋਟੇਟ ਹੋ ਕੇ ਲੋਅਰ ਕਲਾਸ ਜਾਂ ਜਿਹੜਾ ਕੋਈ ਗਰੀਬ ਜਿਹਨੂੰ ਤੁਸੀਂ ਮੰਨਦੇ ਹੋ ਉਹਦੇ ਤੱਕ ਪਹੁੰਚਣਾ ਚਾਹੀਦਾ ਵਾ। ਸਤਿ ਸ਼੍ਰੀ ਅਕਾਲ ਜੀ। ਤੇ ਹੁਣ ਮੈਂ ਆਪਣੇ ਵੀਰਾਂ ਨਾਲ ਗੱਲ ਕਰਦਾ ਵੀ ਕੌਣ ਮੇਰਾ ਭਰਾ ਇੱਛੁਕ ਹੈਗਾ ਕਿ ਵੋਟਰ ਪੈਨਸ਼ਨ ਜਿਹੜੀ ਬੇਸਿਕ ਇਨਕਮ ਆ ਉਹ ਹੋਣੀ ਚਾਹੀਦੀ ਆ। ਹੋਣੀ ਚਾਹੀਦੀ ਆ ਬਈ, ਹੋਣੀ ਚਾਹੀਦੀ ਹੈ ਜੀ। ਅੱਜ ਦੀ ਡੇਟ 'ਚ ਹਰੇਕ ਵਿਅਕਤੀ ਦੀ ਡਿਮਾਂਡ ਹੈਗੀ ਆ ਵੀ ਜਿਹੜੇ ਬਾਕੀ ਜਿਹੜੀਆਂ ਯੋਜਨਾਵਾਂ ਹੈਗੀਆਂ, ਕਰੀਬ 300 ਯੋਜਨਾ ਹੈਗੀ ਆ ਜਿਹੜੀ ਕੇਂਦਰ ਤੋਂ ਆਪਾਂ ਨੂੰ ਮਿਲਦੀ ਆ। ਬਾਕੀ ਯੋਜਨਾਵਾਂ ਜਿਹੜੀਆਂ ਕਿ ਸਿਰਫ ਕਾਗਜ਼ਾਂ 'ਚ ਹੀ ਮਿਲਦੀਆਂ ਨੇ, ਉਹ ਕੱਟ ਕੇ ਸਾਨੂੰ ਇੱਕ ਬੇਸਿਕ ਇਨਕਮ ਸਾਡੇ ਖਾਤੇ 'ਚ ਬਿਨਾਂ ਕਿਸੇ ਐਮਐਲਏ ਐਮਪੀ ਕਾਉਂਸਲਰ ਦੇ, ਜਾਣੀ ਕਿ ਸਾਡਾ ਪੈਸਾ ਕਿਸੇ ਥਰੂ ਨਾ ਆਵੇ ਕਿਸੇ ਲੀਡਰ ਦੇ, ਸਾਨੂੰ ਡਾਇਰੈਕਟ ਸਾਡੇ ਖਾਤਿਆਂ ਦੇ ਵਿੱਚ ਇਹ ਬੇਸਿਕ ਇਨਕਮ ਸਰਕਾਰ ਪਾਵੇ ਕਿ ਸਾਨੂੰ ਜਿਉਣ ਦੇ ਵਿੱਚ ਥੋੜੀ ਜਿਹੀ ਆਸਾਨੀ ਹੋਵੇ, ਅਸੀਂ ਵੀ ਦੇਸ਼ ਦੀ ਤਰੱਕੀ 'ਚ ਕੋਈ ਯੋਗਦਾਨ ਪਾ ਸਕੀਏ। ਸਤਿ ਸ਼੍ਰੀ ਅਕਾਲ ਜੀ।